ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ। ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ। ਸੋ ਡੱਲਾ ਜੀ, ਗੱਲ ਜ਼ਰੂਰ ਕਰਨਾ ਚਾਹਾਂਗੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ। ਨਵਜੋਤ ਸਿੰਘ ਸਿੱਧੂ ਨਾਲ ਜੇਲ੍ਹ ਵਿੱਚ ਮੁਲਾਕਾਤਾਂ ਦਾ ਸਿਲਸਿਲਾ ਜੋ ਹੈ ਉਹ ਲਗਾਤਾਰ ਹੀ ਜਾਰੀ ਹੈ। ਅਸੀਂ ਸਾਰੇ ਜਾਣਦੇ ਹਾਂ ਇੱਕ ਵਾਰ ਫਿਰ ਜੋ ਕਾਂਗਰਸ ਦੇ ਕਈ ਲੀਡਰ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ ਪਟਿਆਲਾ ਜੇਲ੍ਹ ਦੇ ਵਿੱਚ ਮੁਲਾਕਾਤ ਕਰਕੇ ਆਏ ਨੇ। ਸੋ ਇਹ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੇ ਇਹਨਾਂ ਮੁਲਾਕਾਤਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ। ਤੇ ਖਬਰਾਂ ਇਹ ਵੀ ਨੇ ਕਿ ਭਾਵੇਂ ਨਵਜੋਤ ਸਿੰਘ ਸਿੱਧੂ ਜੇਲ੍ਹ ਦੇ ਅੰਦਰ ਨੇ ਪਰ ਉਹਨਾਂ ਦੀ ਸਿਹਤ ਵਿੱਚ ਪਹਿਲਾਂ ਨਾਲੋਂ ਕਾਫੀ ਸੁਧਾਰ ਜ਼ਰੂਰ ਨਜ਼ਰ ਆ ਰਿਹਾ ਹੈ। ਉਹਨਾਂ ਨੇ ਆਪਣਾ ਭਾਰ ਵੀ ਘਟਾਇਆ ਹੈ ਤੇ ਓਵਰਆਲ ਤੁਹਾਡੇ ਤੋਂ ਜ਼ਰੂਰ ਅਪਡੇਟ ਲੈਣਾ ਚਾਹਾਂਗੇ, ਜਾਣਕਾਰੀ ਚਾਹਾਂਗੇ ਕਿ ਕਿਹੜੇ ਆਗੂ ਹੁਣ ਮਿਲ ਕੇ ਆਏ ਨੇ ਤੇ ਕਿਸ ਤਰ੍ਹਾਂ ਨਾਲ ਚੱਲ ਰਹੀਆਂ ਨੇ ਮੁਲਾਕਾਤਾਂ। ਹਰਜੋਤ ਜੀ, ਹਮੇਸ਼ਾ ਦੀ ਤਰ੍ਹਾਂ ਨਵਜੋਤ ਸਿੰਘ ਸਿੱਧੂ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਨੇ। ਇੱਕ ਵਾਰੀ ਫੇਰ ਉਹਨਾਂ ਦੇ ਨਾਲ ਕਈ ਲੀਡਰਾਂ ਨੇ ਮੁਲਾਕਾਤ ਕੀਤੀ ਹੈ। ਹਰ ਸ਼ੁੱਕਰਵਾਰ ਨੂੰ ਪੰਜਾਬ ਦੇ ਵਿੱਚ ਵੱਡੀ ਗਿਣਤੀ 'ਚ ਲੀਡਰ ਚਾਹੁੰਦੇ ਨੇ ਕਿ ਉਹਨਾਂ ਨੂੰ ਮੁਲਾਕਾਤ ਲਈ ਸਮਾਂ ਮਿਲੇ, ਪਰ ਕਿਉਂਕਿ ਜੇਲ੍ਹ ਮਹਿਕਮੇ ਵੱਲੋਂ ਗਿਣੇ ਚੁਣੇ ਲੋਕਾਂ ਨੂੰ ਹੀ ਮੁਲਾਕਾਤ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਸੋ ਜਿੱਥੇ ਤੱਕ ਮੇਰੀ ਜਾਣਕਾਰੀ ਹੈ, ਕੱਲ੍ਹ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਕੁਝ ਲੀਡਰਾਂ ਨੇ ਮੁਲਾਕਾਤ ਕੀਤੀ ਹੈ। ਇੱਕ ਤਾਂ ਅਮਨਦੀਪ ਸਿੰਘ ਵੇਰਕਾ, ਜਿਹੜੇ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਹਲਕਾ ਵੀ ਵੇਖਦੇ ਨੇ, ਬਹੁਤ ਪੁਰਾਣੇ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ ਜੁੜੇ ਹੋਏ ਨੇ ਔਰ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਟੀਮ ਦੇ ਇੱਕ ਉੱਘੇ ਮੈਂਬਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਸੋ ਅਮਨਦੀਪ ਸਿੰਘ ਵੇਰਕਾ ਉਹਨਾਂ ਨੇ ਕੱਲ੍ਹ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ। ਉਧਰ ਪਟਿਆਲਾ ਦੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਜੀ, ਉਹਨਾਂ ਨੇ ਵੀ ਪਤਾ ਲੱਗਿਆ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ। ਸੋ ਲਗਾਤਾਰ ਇੱਕ ਤੋਂ ਬਾਅਦ ਇੱਕ ਨਵਜੋਤ ਸਿੰਘ ਸਿੱਧੂ ਦੇ ਨਾਲ ਜਿਹੜੇ ਲੀਡਰ ਨੇ ਉਹ ਹਰ ਸ਼ੁੱਕਰਵਾਰ ਨੂੰ ਮੁਲਾਕਾਤ ਕਰਕੇ ਆਉਂਦੇ ਨੇ ਔਰ ਸਾਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਜਿਹੜੀ ਜੇਲ੍ਹ ਦੇ ਵਿੱਚ ਰਿਹਾਈ ਹੈ ਉਹ 26 ਜਨਵਰੀ ਨੂੰ ਰਿਹਾਈ ਦੇ ਯੋਗ ਹੋ ਗਏ ਸੀ, ਪਰ ਕਿਉਂਕਿ ਪੰਜਾਬ ਸਰਕਾਰ ਨੇ ਉਹਨਾਂ ਦੀ ਫਾਈਲ ਦੇ ਉੱਤੇ ਕਿਸੇ ਤਰ੍ਹਾਂ ਦਾ ਫੈਸਲਾ ਨਹੀਂ ਕੀਤਾ। ਪਰ ਨਵਜੋਤ ਸਿੰਘ ਸਿੱਧੂ ਉਸੇ ਤਰ੍ਹਾਂ ਚੜ੍ਹਦੀ ਕਲਾ 'ਚ ਨੇ ਔਰ ਨਵਜੋਤ ਸਿੰਘ ਸਿੱਧੂ ਪੂਰੇ ਅਨੁਸ਼ਾਸਨ ਦੇ ਨਾਲ ਆਪਣੀ ਜਿਹੜੀ ਜੇਲ੍ਹ ਦੀ ਜ਼ਿੰਦਗੀ ਆ ਉਹਨੂੰ ਗੁਜ਼ਾਰ ਰਹੇ ਨੇ। ਸੋ ਪਤਾ ਲੱਗਿਆ ਕਿ ਉਸੇ ਤਰ੍ਹਾਂ ਜੇਲ੍ਹ ਦੇ ਵਿੱਚ ਉਹ ਆਪਣੀ ਡਿਊਟੀ ਵੀ ਨਿਭਾ ਰਹੇ ਨੇ ਔਰ ਜਦੋਂ ਹੁਣ ਜੇਲ੍ਹ ਪ੍ਰਸ਼ਾਸਨ ਚਾਹੇਗਾ ਜਾਂ ਪੰਜਾਬ ਦੀ ਸਰਕਾਰ ਚਾਹੇਗੀ, ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਰਿਹਾਈ ਮਿਲ ਜਾਏਗੀ। ਸੂਤਰ ਵੀ ਦੱਸਦੇ ਨੇ ਜਿਹੜੇ ਮੁਲਾਕਾਤੀ ਨੇ ਕਿ ਨਵਜੋਤ ਸਿੰਘ ਸਿੱਧੂ ਖੁਦ ਪੂਰੀ ਸਜ਼ਾ ਕਰਕੇ ਹੀ ਬਾਹਰ ਆਉਣ ਦੇ ਹਾਮੀ ਨੇ ਤੇ ਉਹ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਬਾਹਰ ਆ ਜਾਣਗੇ। ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਜਿਵੇਂ 40-50 ਛੁੱਟੀਆਂ ਹੁੰਦੀਆਂ ਨੇ, ਸੋ ਉਸ ਤੋਂ ਬਾਅਦ ਮਾਰਚ ਮਹੀਨੇ ਇੱਕ ਵਾਰ ਉਹਨਾਂ ਦੇ ਰਿਹਾਈ ਦੀ ਉਮੀਦ ਹੈ ਔਰ ਇਸ ਵਾਰ ਉਹਨਾਂ ਦੀ ਰਿਹਾਈ ਹੈ ਜਿਹੜੀ ਉਹਦੇ ਲਈ ਮੈਨੂੰ ਲੱਗਦਾ ਕਿਸੇ ਦੀ ਮਨਜ਼ੂਰੀ ਦੀ ਲੋੜ ਹੀ ਨਹੀਂ ਪੈਣੀ, ਕਿਉਂਕਿ ਜਦੋਂ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੁਤਾਬਕ 26 ਜਨਵਰੀ ਨੂੰ ਰਿਹਾਈ ਲਈ ਐਲੀਜੀਬਲ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਹੋਰ ਦਿਨ ਲਾ ਦੇਣੇ ਹੈ ਤੇ ਫਿਰ ਹੁਣ ਜਦੋਂ ਪੂਰੀ ਸਜ਼ਾ ਮੁਕੰਮਲ ਹੋ ਜਾਣੀ ਹੈ ਉਸ ਤੋਂ ਬਾਅਦ ਮੈਨੂੰ ਲੱਗਦਾ ਕਿਸੇ ਤਰ੍ਹਾਂ ਦੀ ਮਨਜ਼ੂਰੀ ਦੀ ਲੋੜ ਨਹੀਂ ਪੈਣੀ। ਜੇਲ੍ਹ ਪ੍ਰਸ਼ਾਸਨ ਆਪਣੇ ਪੱਧਰ 'ਤੇ ਸਜ਼ਾ ਮੁਕੰਮਲ ਹੋਣ ਤੋਂ ਬਾਅਦ ਉਹਨਾਂ ਨੂੰ ਰਿਹਾ ਕਰੇਗਾ। ਜਿਹੜੇ ਮੁਲਾਕਾਤੀ ਨੇ ਅਮਨਦੀਪ ਸਿੰਘ ਵੇਰਕਾ ਹੋਣੀ, ਉਹਨਾਂ ਦੇ ਨਾਲ ਮੇਰੀ ਗੱਲ ਹੋਈ। ਉਹਨਾਂ ਨੇ ਦੱਸਿਆ ਕਿ 37-38 ਕਿਲੋਗ੍ਰਾਮ ਜਿਹੜਾ ਭਾਰ ਹੈ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਆਪਣਾ ਘਟਾਇਆ, ਕਿਉਂਕਿ ਜੇਲ੍ਹ ਦੇ ਵਿੱਚ ਡਿਊਟੀ ਤੋਂ ਬਾਅਦ ਜਿਹੜਾ ਉਹਨਾਂ ਕੋਲ ਵਕਤ ਬਚਦਾ ਹੈ ਉਸ ਦਰਮਿਆਨ ਉਹ ਆਪਣੀ ਸਿਹਤ ਦਾ ਵੀ ਖਿਆਲ ਰੱਖਦੇ ਨੇ, ਕਿਉਂਕਿ ਡਾਕਟਰਾਂ ਦੀਆਂ ਸਲਾਹਾਂ ਮੁਤਾਬਕ ਹੀ ਉਹ ਜਿਹੜੀ ਹੈ ਉੱਥੇ ਆਪਣੀ ਫਿਜ਼ੀਕਲ ਐਕਸਰਸਾਈਜ਼ ਕਰਦੇ ਨੇ, ਪੈਦਲ ਜਿਹੜੀ ਸੈਰ ਵਗੈਰਾ ਕਰਦੇ ਨੇ। ਸੋ ਜਿਸ ਤਰ੍ਹਾਂ ਵੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਮਨਜ਼ੂਰੀ ਮਿਲਦੀ ਹੈ ਜਾਂ ਜਿਹੜੇ ਦੂਸਰੇ ਵੀ ਸਾਡੇ ਜੇਲ੍ਹਾਂ ਵਾਲੇ ਨਾਗਰਿਕ ਨੇ ਜਿਸ ਤਰ੍ਹਾਂ ਦੀਆਂ ਉਹਨਾਂ ਕੋਲ ਸਹੂਲਤਾਂ ਨੇ, ਉਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਵੀ ਆਪਣੇ ਵਕਤ ਨੂੰ ਇਸੇ ਤਰ੍ਹਾਂ ਅੱਗੇ ਲੰਘਾਉਂਦੇ ਨੇ ਔਰ ਜਿਹੜਾ ਜਿਹੜੀ ਉਹਨਾਂ ਦੀ ਸਿਹਤ ਹੈ ਉਹਦੇ ਵਿੱਚ ਕਾਫੀ ਸੁਧਾਰ ਹੈ ਪਹਿਲਾਂ ਦੇ ਨਾਲੋਂ। ਸੋ ਇਹ ਵੀ ਦੱਸਿਆ ਮੈਨੂੰ ਅਮਨਦੀਪ ਸਿੰਘ ਵੇਰਕਾ ਉਹਨਾਂ ਨੇ ਵੀ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਦਿੱਖ ਹੈ ਉਹ ਦੁਬਾਰਾ ਉਸ ਤਰ੍ਹਾਂ ਦੀ ਹੋ ਗਈ ਹੈ, ਕਿਉਂਕਿ ਪਹਿਲਾਂ ਕਾਫੀ ਜ਼ਿਆਦਾ ਵੇਟ ਗੇਨ ਕੀਤਾ ਸੀ, ਕਾਫੀ ਭਾਰ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਵਧਿਆ ਸੀ। ਸੋ ਹੁਣ ਮੈਨੂੰ ਅਮਨਦੀਪ ਸਿੰਘ ਵੇਰਕਾ ਦੱਸਦੇ ਸੀ ਕਿ ਦੁਬਾਰਾ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਜਿਹੜੀ ਦਿੱਖ ਹੈ ਉਹ 10 ਸਾਲ ਪੁਰਾਣੀ ਦਿੱਖ 'ਚ ਚਲੇ ਗਏ ਨੇ। ਨਵਜੋਤ ਸਿੰਘ ਸਿੱਧੂ ਬਹੁਤ ਹੀ ਉਹਨਾਂ ਦੀ ਦਿੱਖ ਹੈ ਜਿਹੜੀ ਉਹ ਦਿਲ ਖਿੱਚਵੀਂ ਹੋ ਗਈ ਹੈ ਔਰ ਉਸੇ ਤਰ੍ਹਾਂ ਉਹਨਾਂ ਦੇ ਚਿਹਰੇ 'ਤੇ, ਕਿਉਂਕਿ ਰੱਬ ਨੂੰ ਬਹੁਤ ਮੰਨਦੇ ਨੇ, ਆਸਥਾ 'ਚ
ਪਾਠ ਪੂਜਾ ਬਹੁਤ ਜ਼ਿਆਦਾ ਕਰਦੇ ਨੇ। ਸੋ ਉਹਨਾਂ ਦੇ ਚਿਹਰੇ ਤੇ ਉਸੇ ਤਰ੍ਹਾਂ ਦਾ ਜਿਹੜਾ ਕੁਦਰਤੀ ਤੇਜ ਹੈ ਉਹ ਬਰਕਰਾਰ ਹੈ ਔਰ ਬਹੁਤ ਹਮੇਸ਼ਾ ਦੀ ਤਰ੍ਹਾਂ ਇੱਕ ਸ਼ਾਂਤ ਸੁਭਾਅ ਤੇ ਪੰਜਾਬ ਦੇ ਪ੍ਰਤੀ ਚਿੰਤਾ। ਸੋ ਅਮਨਦੀਪ ਸਿੰਘ ਵੇਰਕਾ ਦੱਸਦੇ ਸੀ ਕਿ ਪੰਜਾਬ ਦੇ ਪ੍ਰਤੀ ਹਜੇ ਵੀ ਉਹਨਾਂ ਨੂੰ ਹਰ ਵਕਤ ਚਿੰਤਾ ਰਹਿੰਦੀ ਹੈ ਜਿਸ ਤਰ੍ਹਾਂ ਦੇ ਆਰਥਿਕ ਹਾਲਾਤਾਂ 'ਚੋਂ ਪੰਜਾਬ ਲੰਘ ਰਿਹਾ ਹੈ। ਸੋ ਜਿੱਦਾਂ ਹੀ ਵਾਪਸ ਆਉਣਗੇ ਉਸੇ ਤਰ੍ਹਾਂ ਪੰਜਾਬ ਦੇ ਆਮ ਨਾਗਰਿਕਾਂ ਦੀ ਤਰ੍ਹਾਂ ਪੰਜਾਬ ਦੇ ਆਮ ਲੋਕਾਂ ਨਾਲ ਰਲ ਕੇ ਇੱਕ ਵਾਰੀ ਫਿਰ ਤੋਂ ਉਹ ਪੰਜਾਬ ਦੇ ਹੱਕ 'ਚ ਆਪਣਾ ਜਿਹੜਾ ਤਿਲ ਫੁੱਲ ਯੋਗਦਾਨ ਹੈ ਉਹ ਪਾਉਣਗੇ। ਡੱਲਾ ਜੀ, ਆਪਾਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਰਹੇ ਹਾਂ। ਰਿਹਾਈ ਦੀ ਖਬਰਾਂ ਪਹਿਲਾਂ ਬਹੁਤ ਸੁਰਖੀਆਂ ਵਿੱਚ ਰਹੀਆਂ, ਹਾਲਾਂਕਿ ਹੁਣ ਇਹੀ ਆਪਾਂ ਸਮਝ ਸਕਦੇ ਹਾਂ ਕਿ ਰਿਹਾਈ ਜਿਹੜੀ ਹੈ ਸਜ਼ਾ ਪੂਰੀ ਹੋਣ ਤੋਂ ਬਾਅਦ ਹੀ ਸੰਭਵ ਹੈ। ਪਰ ਇਸ ਦੇ ਨਾਲ ਹੀ ਜੇਕਰ ਆਪਾਂ ਗੱਲ ਕਰੀਏ ਜਲੰਧਰ ਜ਼ਿਮਨੀ ਚੋਣ ਦੀ, ਤਾਂ ਉਸ ਤੇ ਕਿਸ ਤਰ੍ਹਾਂ ਦਾ ਫਰਕ ਪੈਂਦਾ ਦਿਖੇਗਾ ਜੇਕਰ ਨਵਜੋਤ ਸਿੰਘ ਸਿੱਧੂ ਬਾਹਰ ਆਉਂਦੇ ਨੇ ਉਦੋਂ ਤੱਕ, ਤਾਂ ਇਸ ਦੇ ਉੱਪਰ ਵੀ ਤੁਹਾਡੇ ਤੋਂ ਜ਼ਰੂਰ ਸਮਝਣਾ ਚਾਹਾਂਗੇ ਚੀਜ਼ਾਂ ਨੂੰ, ਕਿਉਂਕਿ ਜਦੋਂ ਸੰਗਰੂਰ ਜ਼ਿਮਨੀ ਚੋਣ ਸੀ ਉਦੋਂ ਤੱਕ ਨਵਜੋਤ ਸਿੰਘ ਸਿੱਧੂ ਜੇਲ੍ਹ ਵਿੱਚ ਚਲੇ ਗਏ ਸਨ। ਪਰ ਹੁਣ ਦੀ ਸਥਿਤੀ ਨੂੰ ਅਗਰ ਸਮਝਣਾ ਚਾਹੀਏ, ਜਲੰਧਰ ਜ਼ਿਮਨੀ ਚੋਣ ਨੂੰ ਪਹਿਲਾਂ ਤਾਂ ਜ਼ਰੂਰ ਤੁਹਾਡੇ ਤੋਂ ਸਮਝਣਾ ਚਾਹਾਂਗੇ ਤੇ ਕੀ ਫਰਕ ਪੈਂਦਾ ਦਿਖਦਾ ਹੈ ਜੇ ਉਦੋਂ ਤੱਕ ਨਵਜੋਤ ਸਿੰਘ ਸਿੱਧੂ ਜੇਲ੍ਹ ਤੋਂ ਬਾਹਰ ਆ ਜਾਂਦੇ ਨੇ। ਸੋ ਇਹਨਾਂ ਸਭ ਚੀਜ਼ਾਂ ਦੀ ਪੜਤਾਲ ਜ਼ਰੂਰ ਤੁਹਾਡੇ ਤੋਂ ਚਾਹਾਂਗੇ। ਹਰਜੋਤ ਜੀ, ਬਹੁਤ ਹੀ ਮਹੱਤਵਪੂਰਨ ਤੁਸੀਂ ਸਵਾਲ ਪੁੱਛਿਆ। ਮੈਨੂੰ ਲੱਗਦਾ ਹੈ ਕਿ ਜਿਹੜੀ ਜਲੰਧਰ ਦੀ ਜ਼ਿਮਨੀ ਚੋਣ ਹੈ ਉਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੁਬਾਰਾ ਜੇਲ੍ਹ ਵਿੱਚੋਂ ਵਾਪਸ ਆ ਚੁੱਕੇ ਹੋਣਗੇ ਔਰ ਨਿਸ਼ਚਿਤ ਤੌਰ ਤੇ ਇਹ ਤਾਂ ਸਾਨੂੰ ਪਤਾ ਹੀ ਹੈ ਕਿ ਜਦੋਂ ਸੰਗਰੂਰ ਦੇ ਵਿੱਚ ਜ਼ਿਮਨੀ ਚੋਣ ਸੀ ਉਸ ਵੇਲੇ ਨਵਜੋਤ ਸਿੰਘ ਸਿੱਧੂ ਆਪਣੇ ਆਪ ਨੂੰ ਅਦਾਲਤ ਦੇ ਵਿੱਚ ਸਰੈਂਡਰ ਕਰ ਚੁੱਕੇ ਸੀ। ਸੋ ਸੰਗਰੂਰ ਜ਼ਿਮਨੀ ਚੋਣ ਵੇਲੇ ਨਵਜੋਤ ਸਿੰਘ ਸਿੱਧੂ ਜੇਲ੍ਹ ਦੇ ਵਿੱਚ ਸੀ, ਪਰ ਜਿਹੜੀ ਜਲੰਧਰ ਦੀ ਜ਼ਿਮਨੀ ਚੋਣ ਹੈ ਉਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਆ ਚੁੱਕੇ ਹੋਣਗੇ, ਬਹੁਤ ਸੰਭਾਵਨਾ ਹੈ। ਅਜਿਹੇ ਦੇ ਵਿੱਚ ਜਲੰਧਰ ਦੀ ਜ਼ਿਮਨੀ ਚੋਣ ਬਹੁਤ ਜ਼ਿਆਦਾ ਦਿਲਚਸਪ ਬਣਨ ਵਾਲੀ ਹੈ ਔਰ ਬਹੁਤ ਸਖਤ ਮੁਕਾਬਲਾ ਜਲੰਧਰ ਦੀ ਜ਼ਿਮਨੀ ਚੋਣ 'ਚ ਪਹਿਲਾਂ ਹੀ ਸਾਨੂੰ ਹੋਣ ਦੇ ਆਸਾਰ ਨੇ। ਇੱਕ ਪਾਸੇ ਆਮ ਆਦਮੀ ਪਾਰਟੀ ਹੈ, ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਹੈ, ਇੱਕ ਪਾਸੇ ਕਾਂਗਰਸ ਹੈ, ਇੱਕ ਪਾਸੇ ਅਕਾਲੀ ਬਸਪਾ ਗੱਠਜੋੜ ਹੈ। ਸੋ ਬਹੁਤ ਹੀ ਦਿਲਚਸਪ ਮੁਕਾਬਲਾ ਜਿਹੜਾ ਜਲੰਧਰ ਦੀ ਜ਼ਿਮਨੀ ਚੋਣ ਦੇ ਵਿੱਚ ਸਾਨੂੰ ਹੁੰਦਾ ਦਿਖੇਗਾ। ਮੈਨੂੰ ਲੱਗਦਾ ਹੈ 4-5 ਕੋਣਾ ਮੁਕਾਬਲਾ ਜਿਹੜਾ ਇਸ ਵਾਰ ਜਲੰਧਰ ਦੇ ਵਿੱਚ ਹੋਏਗਾ ਔਰ ਜਦੋਂ ਮੁਕਾਬਲਾ ਬਹੁਤ ਕੋਣੀ ਹੋ ਜਾਂਦਾ, ਜਦੋਂ 4 ਜਾਂ 5 ਕੋਣੀ ਮੁਕਾਬਲੇ ਹੋ ਜਾਂਦੇ ਨੇ, ਉਦੋਂ ਬਹੁਤ ਸਾਰੀਆਂ ਪਾਰਟੀਆਂ ਦੇ ਹਰਜੋਤ ਜੀ ਵਹਿਮ ਵੀ ਨਿਕਲ ਜਾਂਦੇ ਨੇ, ਕਿਉਂਕਿ ਹੁਣ ਸਿਰਫ ਮੁੱਦਿਆਂ ਦੀ ਲੜਾਈ ਲੜਨ ਵਾਲਾ ਜਿਹੜਾ ਲੀਡਰ ਹੈ ਉਹ ਫਿਰ ਅਗਵਾਈ ਕਰਦਾ ਅਜਿਹੀਆਂ ਚੋਣਾਂ ਦੇ ਵਿੱਚ। ਸੋ ਬਾਕੀ ਜ਼ਿਮਨੀ ਚੋਣ ਬੜੀ ਦਿਲਚਸਪ ਹੋਏਗੀ ਜਿਹੜੀ ਜਲੰਧਰ ਵਾਲੀ ਜ਼ਿਮਨੀ ਚੋਣ ਹੈ। ਸੋ ਡੱਲਾ ਜੀ, ਜਿਵੇਂ ਆਪਾਂ ਜਲੰਧਰ ਜ਼ਿਮਨੀ ਚੋਣ ਦੀ ਗੱਲ ਕਰ ਹੀ ਰਹੇ ਹਾਂ, ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ, ਸਾਰੀਆਂ ਸਿਆਸੀ ਪਾਰਟੀਆਂ ਆਪਣਾ ਪੂਰਾ ਜ਼ੋਰ ਲਗਾ ਰਹੀਆਂ ਨੇ, ਪਰ ਕਿਤੇ ਨਾ ਕਿਤੇ ਇਹ ਖਤਰਾ ਵੀ ਸਾਰੀਆਂ ਸਿਆਸੀ ਪਾਰਟੀਆਂ ਵਿੱਚ ਬਣਿਆ ਹੋਇਆ ਹੈ ਕਿ ਕਿਤੇ ਜੋੜ ਤੋੜ ਦੀ ਸਿਆਸਤ ਜ਼ਰੂਰ ਹੁੰਦੀ ਹੋਈ ਨਜ਼ਰ ਆ ਸਕਦੀ ਹੈ ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ। ਇਹ ਵੀ ਕਿਤੇ ਕਿਆਸ ਲਗਾਏ ਜਾ ਰਹੇ ਨੇ ਕਿ ਹੋ ਸਕਦਾ ਹੈ ਜਲੰਧਰ ਜ਼ਿਮਨੀ ਚੋਣ ਦੇ ਲਈ ਆਪਣੀ ਟਿਕਟ ਦੇ ਲਈ ਕਈ ਵੱਡੇ ਆਗੂ ਜੋ ਨੇ ਆਪਣੀਆਂ ਪਾਰਟੀਆਂ ਵੀ ਬਦਲ ਸਕਦੇ ਨੇ। ਸੋ ਕਿਵੇਂ ਦੇਖਦੇ ਹੋ ਇਹਨਾਂ ਸਾਰੀਆਂ ਸਥਿਤੀਆਂ ਨੂੰ? ਖਾਸ ਤੌਰ ਤੇ ਆਪਾਂ ਅਕਾਲੀ ਦਲ ਦੀ ਗੱਲ ਵੀ ਜ਼ਰੂਰ ਕਰਾਂਗੇ। ਕਿਆਸ ਲਗਾਏ ਜਾ ਰਹੇ ਨੇ, ਦੇਖਿਆ ਜਾ ਰਿਹਾ ਕਿ ਆਉਂਦੇ ਟਾਈਮ ਵਿੱਚ ਕੀ ਹੋਏਗਾ, ਕਿਉਂਕਿ ਅਕਾਲੀ ਦਲ ਅਤੇ ਬਸਪਾ ਦਾ ਗੱਠਜੋੜ ਹੈ ਜਿਹੜਾ, ਤਾਂ ਫਿਰ ਕਿਹੜੀ ਪਾਰਟੀ ਜਿਹੜਾ ਆਪਣਾ ਉਮੀਦਵਾਰ ਉਤਾਰੇਗੀ। ਓਵਰਆਲ ਸਾਰੀਆਂ ਸਿਆਸੀ ਪਾਰਟੀਆਂ ਦਾ ਜ਼ਰੂਰ ਆਪਾਂ ਇੱਕ ਪੜਤਾਲ ਦੇ ਤੌਰ ਤੇ ਜਾਣਨਾ ਚਾਹਾਂਗੇ ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਕਿਸ ਤਰ੍ਹਾਂ ਦੀ ਜੋੜ ਤੋੜ ਦੀ ਸਿਆਸਤ ਹੋ ਸਕਦੀ ਹੈ। ਹਰਜੋਤ ਜੀ, ਇੱਕ ਹੋਰ ਤੁਸੀਂ ਬਹੁਤ ਅਹਿਮ ਸਵਾਲ ਕੀਤਾ ਹੈ। ਦੇਖੋ, ਜੋ ਪਤਾ ਲੱਗਿਆ ਹੈ, ਜੋ ਸ਼ੰਕੇ ਨੇ, ਜੋ ਪਾਰਟੀਆਂ ਦੇ ਵਿੱਚ ਅੰਦਰ ਖਾਤੇ ਚੱਲ ਰਿਹਾ ਹੈ, ਸਾਰੀਆਂ ਪੋਲੀਟੀਕਲ ਪਾਰਟੀਆਂ ਆਪਣੇ ਉਮੀਦਵਾਰ ਦੀ ਸੰਭਾਵੀ ਚੋਣ ਨੂੰ ਲੈ ਕੇ ਸਰਗਰਮ ਨੇ। ਆਮ ਆਦਮੀ ਪਾਰਟੀ ਵੀ ਸੋਚ ਵਿਚਾਰ ਕਰ ਰਹੀ ਹੈ ਵੀ ਕਿਹਨੂੰ ਮੈਦਾਨ 'ਚ ਉਤਾਰੀਏ, ਕਾਂਗਰਸ ਵੀ, ਅਕਾਲੀ ਦਲ ਵੀ, ਬੀਜੇਪੀ ਵੀ, ਬਹੁਜਨ ਸਮਾਜ ਪਾਰਟੀ ਵੀ। ਹੁਣ ਇਹ ਬੜੀ ਦਿਲਚਸਪ ਗੱਲ ਰਹੂਗੀ ਕਿ ਕਿਹੜਾ ਉਮੀਦਵਾਰ ਕਿਹੜੀ ਪਾਰਟੀ ਵੱਲੋਂ ਲੜਦਾ ਹੈ, ਕਿਉਂਕਿ ਜੋੜ ਤੋੜ ਦੀ ਸਾਡੇ ਸਿਆਸਤ ਹੈ। ਆਮ ਤੌਰ ਤੇ ਜਦੋਂ ਜ਼ਿਮਨੀ ਚੋਣਾਂ ਹੁੰਦੀਆਂ ਨੇ ਤੇ ਜ਼ਿਮਨੀ ਚੋਣ 'ਚ ਇਹ ਮੰਨਿਆ ਜਾਂਦਾ ਕਿ ਸਰਕਾਰ ਦਾ ਹੱਥ ਉੱਪਰ ਹੁੰਦਾ ਹੈ, ਪਰ ਅਸੀਂ ਸੰਗਰੂਰ ਦੀ ਚੋਣ ਦੇਖ ਲਈ, ਸਰਕਾਰ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਸੰਗਰੂਰ 'ਚ ਜਿੱਤ ਨਹੀਂ ਸਕੀ। ਇਸ ਕਰਕੇ ਜਲੰਧਰ ਦੀ ਜਿਹੜੀ ਜ਼ਿਮਨੀ ਚੋਣ ਹੈ ਉਹਦੇ ਤੇ ਵੀ ਇਸ ਗੱਲ ਦਾ ਫਰਕ ਪਏਗਾ। ਹੁਣ ਕਿਹੜਾ ਉਮੀਦਵਾਰ, ਕਿਉਂਕਿ ਸਾਰੀਆਂ ਪਾਰਟੀਆਂ 'ਚੋਂ ਪਹਿਲਾਂ ਵੀ ਲੋਕ ਲੜੇ ਨੇ, ਅਕਾਲੀ ਦਲ ਦਾ ਵੀ ਪਹਿਲਾ ਸਾਬਕਾ ਉਮੀਦਵਾਰ ਹੈ, ਬੀਜੇਪੀ ਦਾ ਵੀ ਹੈ। ਜਦੋਂ ਅਸੀਂ ਦੇਖੀਆਂ ਨੇ ਵਿਧਾਨ ਸਭਾ ਚੋਣਾਂ, ਪਿਛਲੀ ਵਾਰੀ ਤਾਂ ਜਦੋਂ ਲੋਕ ਸਭਾ ਦੀ ਚੋਣ ਸੀ ਉਦੋਂ ਅਕਾਲੀ ਭਾਜਪਾ ਇਕੱਠੇ ਹੀ ਸੀ। ਸੋ ਹੁਣ ਪਾਰਟੀਆਂ ਵੱਖਰੀਆਂ ਹੋ ਗਈਆਂ, ਬਸਪਾ ਔਰ ਅਕਾਲੀ ਦਲ। ਹੁਣ ਬਸਪਾ ਦਾ ਵੀ ਉਮੀਦਵਾਰ ਹੋਏਗਾ, ਅਕਾਲੀ ਦਲ ਦਾ ਵੀ। ਜਿਵੇਂ ਤੁਸੀਂ ਸਵਾਲ ਕੀਤਾ,
ਦੇਖਣ ਵਾਲੀ ਗੱਲ ਇਹ ਰਹੇਗੀ ਕਿ ਬਸਪਾ ਚੋਣ ਲੜੇਗੀ ਜਾਂ ਅਕਾਲੀ ਦਲ ਲੜੇਗਾ। ਭਾਵੇਂ ਸੁਖਬੀਰ ਬਾਦਲ ਮਿਲ ਕੇ ਆਏ ਨੇ ਬੀਬੀ ਮਾਇਆਵਤੀ ਨੂੰ, ਉਹਨਾਂ ਨੇ ਟਵੀਟ ਵੀ ਕੀਤਾ, ਪਰ ਦਿਲਚਸਪ ਰਹੂਗਾ ਕਿ ਲੜਦਾ ਕੌਣ ਹੈ, ਬਸਪਾ ਚੋਣ ਲੜਦੀ ਹੈ ਜਾਂ ਅਕਾਲੀ ਦਲ ਉੱਥੋਂ ਚੋਣ ਲੜਦਾ ਹੈ। ਇਸੇ ਤਰ੍ਹਾਂ ਬੀਜੇਪੀ ਕਿਹਨੂੰ ਉਮੀਦਵਾਰ ਬਣਾਉਂਦੀ ਹੈ, ਆਮ ਆਦਮੀ ਪਾਰਟੀ ਦਾ ਉਮੀਦਵਾਰ ਕੌਣ ਹੋਊਗਾ, ਆਮ ਆਦਮੀ ਪਾਰਟੀ ਦਾ ਉਮੀਦਵਾਰ ਕੋਈ ਆਮ ਆਦਮੀ ਪਾਰਟੀ ਦਾ ਵਲੰਟੀਅਰ ਹੋਊਗਾ ਜਾਂ ਕਿਸੇ ਦੂਸਰੀ ਪਾਰਟੀ ਦੇ ਵਿੱਚੋਂ ਆਮ ਆਦਮੀ ਪਾਰਟੀ 'ਚ ਕੋਈ ਲੀਡਰ ਆਊਗਾ। ਇਸੇ ਤਰ੍ਹਾਂ ਬੀਜੇਪੀ ਆਪਣੇ ਕਿਸੇ ਵਲੰਟੀਅਰ ਨੂੰ ਟਿਕਟ ਦੇਗੀ ਜਾਂ ਬਾਹਰੋਂ ਕੋਈ ਉਮੀਦਵਾਰ ਆਏਗਾ। ਉਹੀ ਗੱਲ ਕਾਂਗਰਸ ਤੇ ਹੈ, ਕੀ ਕਾਂਗਰਸ ਚੌਧਰੀ ਪਰਿਵਾਰ 'ਚੋਂ ਕਿਸੇ ਨੂੰ ਟਿਕਟ ਦੇਊਗੀ ਜਾਂ ਕੋਈ ਬਾਹਰਲਾ ਉਮੀਦਵਾਰ ਆਏਗਾ। ਇੱਥੋਂ ਤੱਕ ਚਰਚਾਵਾਂ ਨੇ ਕਿ ਜਲੰਧਰ ਦੀ ਕਾਂਗਰਸ ਦੀ ਟਿਕਟ ਦੇ ਲਈ ਕਾਂਗਰਸ ਦੇ ਕਈ ਅਜਿਹੇ ਲੀਡਰ ਵੀ ਦਾਅਵੇਦਾਰ ਨੇ ਜਿਹੜੇ ਜ਼ਿਮਨੀ ਚੋਣ ਵਿਧਾਨ ਸਭਾ ਦੀ ਚੋਣ ਹਾਰ ਗਏ। ਸੋ ਕੁਝ ਲੀਡਰ ਜਿਹੜੇ ਵਿਧਾਨ ਸਭਾ ਦੀ ਚੋਣ ਹਾਰ ਗਏ ਸੀ, ਉਹਨਾਂ ਦੇ ਵਿੱਚੋਂ ਇੱਕ ਦੋ ਪ੍ਰਮੁੱਖ ਲੀਡਰ ਵੀ ਦਾਅਵੇਦਾਰ ਬਣੇ ਹੋਏ ਨੇ ਕਿ ਸਾਨੂੰ ਜਲੰਧਰ 'ਚ ਪਾਰਲੀਮੈਂਟ ਦੀ ਟਿਕਟ ਦਿਓ। ਹੁਣ ਇਹ ਤਾਂ ਫੈਸਲਾ ਕਾਂਗਰਸ ਦੀ ਹਾਈ ਕਮਾਂਡ ਨੇ ਕਰਨਾ ਹੈ। ਰਾਜਾ ਵੜਿੰਗ ਦੇ ਲਈ ਵੀ ਬਹੁਤ ਵੱਡੀ ਚੁਣੌਤੀ ਹੋਏਗੀ ਜਲੰਧਰ ਦੀ ਜ਼ਿਮਨੀ ਚੋਣ। ਅਗਰ ਰਾਜਾ ਵੜਿੰਗ ਦੀ ਮਰਜ਼ੀ ਦੇ ਨਾਲ ਕੋਈ ਹੋਰ ਉਮੀਦਵਾਰ ਆਉਂਦਾ ਹੈ ਤੇ ਫਿਰ ਰਾਜਾ ਵੜਿੰਗ ਉਹਨਾਂ ਨੂੰ ਜਿਤਾਉਣ ਦੀ ਜ਼ਿੰਮੇਵਾਰੀ ਹੋਏਗੀ। ਅਗਰ ਰਾਜਾ ਵੜਿੰਗ ਚੌਧਰੀ ਪਰਿਵਾਰ ਨੂੰ ਸਿਫਾਰਿਸ਼ ਕਰਦੇ ਨੇ ਟਿਕਟ ਲਈ, ਫਿਰ ਮੈਨੂੰ ਲੱਗਦਾ ਹੈ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਇੱਕ ਸਿੰਪਥੀ ਫੈਕਟਰ ਹੁੰਦਾ ਹੈ, ਹਮਦਰਦੀ ਦਾ ਫੈਕਟਰ ਹੁੰਦਾ ਹੈ, ਕਿਉਂਕਿ ਚੌਧਰੀ ਜਗਜੀਤ ਸਿੰਘ ਉਹਨਾਂ ਨੇ ਆਮ ਲੋਕਾਂ 'ਚ ਬਹੁਤ ਮੁਹੱਬਤ ਬਣਾਈ ਹੋਈ ਸੀ, ਬਹੁਤ ਹਸਮੁਖ ਤੇ ਚੰਗੇ ਸੁਭਾਅ ਦੇ ਸੀ। ਸੋ ਇਸ ਕਰਕੇ ਇਹ ਵੀ ਸੋਚ ਸਕਦੀ ਹੈ ਪਾਰਟੀ ਕਿ ਅਸੀਂ ਪਰਿਵਾਰ ਦੇ ਵਿੱਚ ਹੀ ਕਿਸੇ ਨੂੰ ਟਿਕਟ ਦਈਏ ਅਗਰ ਪਰਿਵਾਰ 'ਚੋਂ ਕੋਈ ਚੋਣ ਲੜਨਾ ਚਾਹੁੰਦਾ ਹੈ, ਕਿਉਂਕਿ ਸਮਾਂ 2024 'ਚ ਦੁਬਾਰਾ ਇਲੈਕਸ਼ਨ ਹੋਣੀ ਹੈ। ਸੋ ਇਹ ਜਿਹੜੀ ਚੋਣ ਹੈ ਇਹ ਸਾਲ ਸਵਾ ਸਾਲ ਕਦੋਂ ਚੋਣ ਹੁੰਦੀ ਹੈ ਉਹਦੇ 'ਤੇ ਨਿਰਭਰ ਕਰੇਗਾ। 20 ਮਈ ਨੂੰ ਤੁਸੀਂ ਦੇਖੋ, ਹੁਣ ਅਸੀਂ ਫਰਵਰੀ 'ਚ ਆ ਗਏ ਹਾਂ, ਸੋ ਮਾਰਚ ਅਪ੍ਰੈਲ ਮਈ, ਸੋ ਇੱਕ ਤਰੀਕੇ ਨਾਲ ਸਵਾ ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਲੋਕ ਸਭਾ ਚੋਣਾਂ ਨੂੰ। ਅਗਰ 3-4 ਮਹੀਨਿਆਂ ਬਾਅਦ ਚੋਣਾਂ ਹੁੰਦੀਆਂ ਨੇ, ਜ਼ਿਮਨੀ ਚੋਣ ਹੁੰਦੀ ਹੈ, ਤੇ ਫਿਰ ਸਾਲ ਤੋਂ ਵੀ ਘੱਟ ਦਾ ਸਮਾਂ ਰਹਿ ਜਾਏਗਾ। ਇਸ ਕਰਕੇ ਇਹ ਜ਼ਿਮਨੀ ਚੋਣ ਬੜੀ ਦਿਲਚਸਪ ਹੋਏਗੀ ਸਾਰੀਆਂ ਪਾਰਟੀਆਂ ਦੇ ਲਈ। ਕਿਤੇ ਉਮੀਦਵਾਰ ਇੱਕ ਦੂਸਰੇ ਦੀ ਪਾਰਟੀ 'ਚ ਤਾਂ ਨਹੀਂ ਚਲੇ ਜਾਣਗੇ, ਜਿਵੇਂ ਪਹਿਲਾਂ ਵੀ ਕਈ ਵਾਰੀ ਹੁੰਦਾ ਕਿ ਕੋਈ ਸਾਬਕਾ ਅਕਾਲੀ ਹੈ ਉਹ ਆਪ 'ਚ ਚਲਾ ਗਿਆ, ਕੋਈ ਸਾਬਕਾ ਕਾਂਗਰਸੀ ਆਪ 'ਚ ਚਲਾ ਗਿਆ, ਕੋਈ ਸਾਬਕਾ ਅਕਾਲੀ ਹੈ ਕਾਂਗਰਸ 'ਚ ਆ ਗਿਆ, ਕੋਈ ਸਾਬਕਾ ਕਾਂਗਰਸੀ ਹੈ ਉਹ ਅਕਾਲੀ ਦਲ 'ਚ ਚਲਾ ਗਿਆ। ਸੋ ਲੀਡਰ ਪਾਰਟੀਆਂ ਬਦਲਦੇ ਰਹਿੰਦੇ ਨੇ ਟਿਕਟਾਂ ਦੇ ਹਿਸਾਬ ਦੇ ਨਾਲ। ਸੋ ਹਜੇ ਕਿਸੇ ਦਿਨ ਮੈਂ ਵੀ ਜਲੰਧਰ ਦੇ ਵਿੱਚ ਜਾ ਕੇ ਆਉਣਾ ਤਾਂ ਕਿ ਆਮ ਲੋਕਾਂ 'ਚ ਜਾ ਕੇ ਵੀ ਜਲੰਧਰ ਦੀ ਜਿਹੜੀ ਜ਼ਿਮਨੀ ਚੋਣ ਹੈ ਉਹਦੇ ਬਾਰੇ ਲੋਕਾਂ ਦੀ ਰਾਏ ਲਈ ਜਾਵੇ ਕਿ ਲੋਕ ਕੀ ਸੋਚਦੇ ਨੇ ਜ਼ਿਮਨੀ ਚੋਣ ਨੂੰ। ਸੋ ਬੜਾ ਦਿਲਚਸਪ ਮੁਕਾਬਲਾ ਕੁੱਲ ਮਿਲਾ ਕੇ ਰਹਿਣ ਵਾਲਾ ਹੈ। ਡੱਲਾ ਜੀ, ਉਧਰ ਬਾਈਬਲ ਕਲਾਂ ਧਰਨੇ ਦੇ ਮਾਮਲੇ ਤੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਆਇਆ ਹੈ। ਸੋ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਕੀ ਕੁਝ ਕਿਹਾ ਹੈ, ਕੀ ਕਿੰਨਾ ਕੁ ਖਾਸ ਬਾਈਬਲ ਕਲਾਂ ਧਰਨੇ ਨੂੰ ਲੈ ਕੇ ਅਸੀਂ ਇਹ ਬਿਆਨ ਨੂੰ ਮੰਨ ਸਕਦੇ ਹੋ, ਪੂਰੀ ਪੜਤਾਲ ਇਸ ਬਿਆਨ ਦੇ ਉੱਪਰ ਤੁਹਾਡੇ ਤੋਂ ਜ਼ਰੂਰ ਚਾਹਾਂਗੇ। ਹਰਜੋਤ ਜੀ, ਭਗਵੰਤ ਮਾਨ ਉਹਨਾਂ ਨੇ ਬਾਈਬਲ ਕਲਾਂ ਇਨਸਾਫ ਮੋਰਚੇ ਨੂੰ ਅਪੀਲ ਕੀਤੀ ਸੀ ਕਿ ਸਰਕਾਰ ਵਚਨਬੱਧ ਹੈ, ਅਸੀਂ ਜ਼ਰੂਰ ਇਨਸਾਫ ਦੇ ਲਈ ਕੰਮ ਕਰ ਰਹੇ ਹਾਂ ਤੇ ਅਸੀਂ ਸਰਕਾਰ ਵੱਲੋਂ ਇਨਸਾਫ ਦੀ ਪ੍ਰਕਿਰਿਆ ਅੱਗੇ ਵਧਾਵਾਂਗੇ। ਭਗਵੰਤ ਮਾਨ ਨੇ ਭਰੋਸਾ ਦਿੱਤਾ ਸੀ ਕਿ ਅਸੀਂ ਹਰ ਸੰਭਵ ਇਸ ਮਾਮਲੇ ਨੂੰ ਅੰਜਾਮ ਤੱਕ ਲਿਜਾਵਾਂਗੇ। ਟਵੀਟ ਵੀ ਕੀਤਾ ਸੀ, ਉਹਨਾਂ ਦੇ ਟਵੀਟ ਦੀ ਭਾਵਨਾ ਇਨ ਬਿਨ ਉਹਨਾਂ ਦੀ ਮੈਂ ਲਾਈਨ ਤਾਂ ਨਹੀਂ ਪੜ੍ਹ ਰਿਹਾ ਟਵੀਟ ਦੀ, ਪਰ ਉਹਨਾਂ ਦੇ ਟਵੀਟ ਦੀ ਭਾਵਨਾ ਇਹੀ ਸੀ ਕਿ ਤੁਸੀਂ ਸਰਕਾਰ ਤੇ ਭਰੋਸਾ ਰੱਖੋ, ਸਰਕਾਰ ਕੰਮ ਕਰ ਰਹੀ ਹੈ। ਜਿਸ ਤੋਂ ਬਾਅਦ ਬਾਈਬਲ ਕਲਾਂ ਮੋਰਚਾ ਵੱਲੋਂ ਫੈਸਲਾ ਕੀਤਾ ਗਿਆ, ਇੱਕ ਪਾਸਾ ਜਿਹੜਾ ਨੈਸ਼ਨਲ ਹਾਈਵੇ ਦਾ ਹੈ ਉਹਨੂੰ ਖੋਲ੍ਹ ਦਿੱਤਾ ਗਿਆ ਆਮ ਲੋਕਾਂ ਦੇ ਲਈ। ਇਸ ਤੋਂ ਪਹਿਲਾਂ ਭਾਵੇਂ ਸਕੂਲੀ ਬੱਸ ਸੀ, ਕੋਈ ਐਂਬੂਲੈਂਸ ਸੀ ਜਾਂ ਕੋਈ ਬਹੁਤ ਜ਼ਰੂਰਤਮੰਦ ਸੀ, ਕੋਈ ਬਿਮਾਰ ਠਮਾਰ ਸੀ, ਉਹਨਾਂ ਨੂੰ ਲਗਾਤਾਰ ਲੰਘਾਇਆ ਜਾ ਰਿਹਾ ਸੀ। ਸੋ ਇਸ ਕਰਕੇ ਹੁਣ ਕੌਮੀ ਇਨਸਾਫ ਹੁਣ ਬਾਈਬਲ ਕਲਾਂ ਇਨਸਾਫ ਮੋਰਚੇ ਵੱਲੋਂ ਇੱਕ ਪਾਸਾ ਸੜਕ ਦਾ ਦੁਬਾਰਾ ਖੋਲ੍ਹ ਦਿੱਤਾ ਗਿਆ ਨੈਸ਼ਨਲ ਹਾਈਵੇ ਦਾ। ਸੋ ਭਗਵੰਤ ਮਾਨ ਉਹਨਾਂ ਨੇ ਫਿਰ ਟਵੀਟ ਕੀਤਾ ਔਰ ਉਹਨਾਂ ਨੇ ਬਾਈਬਲ ਕਲਾਂ ਇਨਸਾਫ ਮੋਰਚੇ ਦਾ ਧੰਨਵਾਦ ਵੀ ਕੀਤਾ ਕਿ ਉਹਨਾਂ ਨੇ ਮੁੱਖ ਮੰਤਰੀ ਦੀ ਜਿਹੜੀ ਅਪੀਲ ਹੈ ਉਹਦੇ ਉੱਪਰ ਤੁਰੰਤ ਅਮਲ ਕੀਤਾ। ਉਹਨਾਂ ਨੇ ਫਿਰ ਭਰੋਸਾ ਦਿੱਤਾ ਕਿ ਸਾਡੀ ਸਰਕਾਰ ਲਗਾਤਾਰ ਇਨਸਾਫ ਦੇ ਲਈ ਯਤਨ ਕਰ ਰਹੀ ਹੈ ਤੇ ਅਸੀਂ ਇਹਨਾਂ ਮਾਮਲਿਆਂ ਨੂੰ ਮੁਕਾਮ ਤੱਕ ਲਿਜਾਵਾਂਗੇ। ਉਹਨਾਂ ਦਾ ਭਾਵ ਕਹਿਣ ਦਾ ਇਹ ਸੀ। ਸੋ ਇਹ ਬੜੀ ਚੰਗੀ ਗੱਲ ਲੱਗੀ ਕਿ ਮੁੱਖ ਮੰਤਰੀ ਦੀ ਅਪੀਲ ਨੂੰ ਤੁਰੰਤ ਬਾਈਬਲ ਕਲਾਂ ਇਨਸਾਫ ਮੋਰਚਾ ਨੇ ਮੰਨਿਆ, ਪਰ ਮੁੱਖ ਮੰਤਰੀ ਨੂੰ ਹੋਰ ਗੰਭੀਰਤਾ ਦਿਖਾਉਣ ਦੀ ਲੋੜ ਹੈ। ਹਾਲਾਂਕਿ ਜਿਹੜੇ ਮੰਤਰੀ ਨੇ ਕੁਲਦੀਪ ਧਾਲੀਵਾਲ ਵੀ ਬਾਈਬਲ ਕਲਾਂ ਇਨਸਾਫ ਮੋਰਚਾ 'ਚ ਪਹੁੰਚੇ ਸੀ ਔਰ ਸੁਖਰਾਜ ਸਿੰਘ ਨੇ ਵੀ ਉੱਥੇ ਉਹਨਾਂ ਨੇ ਬਿਆਨ ਦਿੱਤਾ ਔਰ ਸਾਰੇ ਉਮੀਦ ਕਰਦੇ ਹਾਂ ਕਿ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਭਰੋਸਾ ਸੀ ਕਿ ਘੱਟੋ ਘੱਟ ਸਾਰੇ ਮਾਮਲਿਆਂ ਨੂੰ ਅੰਜਾਮ ਤੱਕ ਲੈ ਕੇ ਜਾਣਗੇ। ਸੋ ਡੱਲਾ ਜੀ, ਗੱਲ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਜ਼ਰੂਰ ਕਰਾਂਗੇ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮਨਿੰਦਰਜੀਤ ਸਿੰਘ ਬਿੱਟਾ ਦਾ ਜੋ ਬਿਆਨ ਆਇਆ, ਜੋ ਪ੍ਰਤੀਕਰਮ ਆਇਆ, ਉਸ ਨੂੰ ਵੀ ਤੁਹਾਡੇ ਤੋਂ ਜ਼ਰੂਰ ਸਮਝਣਾ ਚਾਹਾਂਗੇ। ਹਾਲਾਂਕਿ 2 ਦਿਨ ਪਹਿਲਾਂ ਅਗਰ ਗੱਲ ਕਰੀਏ, ਰਵਨੀਤ ਬਿੱਟੂ ਦਾ ਵੀ ਬਿਆਨ ਆਇਆ ਸੀ
ਜਿਸ ਵਿੱਚ ਉਹ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨਹੀਂ ਹੋਣੀ ਚਾਹੀਦੀ, ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਣੀ ਚਾਹੀਦੀ, ਤੇ ਅਜਿਹਾ ਹੀ ਕੁਝ ਕਹਿੰਦੇ ਨਜ਼ਰ ਆ ਰਹੇ ਨੇ ਮਨਿੰਦਰਜੀਤ ਸਿੰਘ ਬਿੱਟਾ। ਸੋ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਬਿਆਨਾਂ ਨੂੰ? ਦੇਖੋ, ਬੰਦੀ ਸਿੰਘਾਂ ਦੇ ਮਾਮਲੇ ਤੇ ਮਨਿੰਦਰਜੀਤ ਸਿੰਘ ਬਿੱਟਾ ਦੀ ਇੱਕ ਇੰਟਰਵਿਊ ਇੱਕ ਵੱਡੇ ਪੰਜਾਬੀ ਕੌਮੀ ਖੇਤਰੀ ਟੈਲੀਵਿਜ਼ਨ ਚੈਨਲ ਤੇ ਚੱਲ ਰਹੀ ਸੀ। ਉਹਦੇ ਹਵਾਲੇ ਦੇ ਨਾਲ ਅਸੀਂ ਸੁਣਿਆ ਕਿ ਮਨਿੰਦਰਜੀਤ ਸਿੰਘ ਬਿੱਟਾ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਤੇ ਅਸਹਿਮਤੀ ਪ੍ਰਗਟ ਕੀਤੀ ਹੈ। ਕੁਝ ਦਿਨ ਪਹਿਲਾਂ ਰਵਨੀਤ ਬਿੱਟੂ ਨੇ ਵੀ ਫੇਸਬੁੱਕ ਤੇ ਇੱਕ ਟੈਲੀਵਿਜ਼ਨ ਚੈਨਲ ਦੇ ਫੇਸਬੁੱਕ ਤੇ ਉਹਨਾਂ ਦਾ ਬਿਆਨ ਸੀ, ਉਹ ਤਰਕ ਦੇ ਰਹੇ ਸੀ ਆਪਣੇ। ਪਰ ਡੈਮੋਕ੍ਰੇਸੀ ਦੇ ਵਿੱਚ ਹਰ ਕੋਈ ਆਪਣੀ ਭਾਵਨਾ ਨੂੰ ਪ੍ਰਗਟ ਕਰ ਸਕਦਾ ਹੈ ਹਰਜੋਤ ਜੀ, ਪਰ ਸਵਾਲ ਤਾਂ ਸੰਵਿਧਾਨ ਦਾ, ਸਵਾਲ ਤਾਂ ਕਾਨੂੰਨ ਦਾ, ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਦਾ, ਸਵਾਲ ਤਾਂ ਮਨੁੱਖੀ ਅਧਿਕਾਰਾਂ ਦਾ ਵੀ ਹੈ। ਸਵਾਲ ਇਹ ਹੈ, ਮੈਂ ਅੱਗੇ ਵੀ ਇਹ ਸਵਾਲ ਕੀਤਾ ਕਿ ਸਾਡੇ ਮੁਲਕ 'ਚ ਸੰਵਿਧਾਨ ਦੇ ਦਾਇਰੇ 'ਚ ਹੀ ਰਿਹਾਈਆਂ ਹੁੰਦੀਆਂ ਨੇ। ਹੁਣ ਰਾਜੀਵ ਗਾਂਧੀ ਦੇ ਜਿਹੜੀ ਕਾਤਲਾਂ ਦੀ ਰਿਹਾਈ ਹੋਈ ਹੈ ਉਹ ਵੀ ਸੰਵਿਧਾਨ ਦੇ ਦਾਇਰੇ 'ਚ ਹੋਈ ਹੈ, ਉਹ ਵੀ ਕਾਨੂੰਨ ਦੇ ਦਾਇਰੇ 'ਚ ਹੋਈ ਹੈ, ਸਰਕਾਰਾਂ ਨੇ ਰਿਹਾਈਆਂ ਕੀਤੀਆਂ ਨੇ। ਸਾਡੇ ਦਹਿਸ਼ਤਵਾਦ ਦੇ ਦੌਰ ਦੇ ਇਲਜ਼ਾਮ ਇੱਕ ਦੋ ਪੁਲਿਸ ਅਫਸਰਾਂ 'ਤੇ ਸੀ, ਇੱਕ ਪੁਲਿਸ ਦਾ ਕੈਟ ਸੀ, ਉਹਦੀ ਵੀ ਵਕਤ ਤੋਂ ਪਹਿਲਾਂ ਰਿਹਾਈ ਕੀਤੀ ਗਈ ਗਵਰਨਰ ਵੱਲੋਂ। ਸੋ ਇਸ ਕਰਕੇ ਜਿਹੜੀਆਂ ਰਿਹਾਈਆਂ ਨੇ ਕਿਸੇ ਦੀਆਂ ਵੀ ਹੋਈਆਂ ਹੋਣ, ਉਹ ਅਮਨ ਕਾਨੂੰਨ ਦੇ ਦਾਇਰੇ 'ਚ ਔਰ ਸੰਵਿਧਾਨ ਦੇ ਦਾਇਰੇ 'ਚ ਹੁੰਦੀਆਂ ਨੇ। ਸੋ ਜਿਹੜਾ ਕੌਮੀ ਇਨਸਾਫ ਮੋਰਚਾ ਹੈ, ਉਹਨਾਂ ਦੀ ਇੱਕ ਮੰਗ ਹੈ, ਉਹਨਾਂ ਦੀ ਮੰਗ ਹੈ ਕਿ ਇਨਸਾਫ ਦੇ ਦਾਇਰੇ 'ਚ, ਕਾਨੂੰਨ ਦੇ ਦਾਇਰੇ 'ਚ ਇਹਨਾਂ ਦੀ ਰਿਹਾਈ ਨੂੰ ਵਿਚਾਰੋ। ਉਂਝ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਨੇ ਇੱਕ ਵਾਰੀ ਇਹ ਬਿਆਨ ਦਿੱਤਾ ਸੀ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ, ਤੇ ਨਿਸ਼ਚਿਤ ਤੌਰ ਤੇ ਪ੍ਰਧਾਨ ਮੰਤਰੀ ਉਹਨਾਂ ਨੇ ਇਹ ਬਿਆਨ ਦੇਣ ਤੋਂ ਪਹਿਲਾਂ ਗ੍ਰਹਿ ਮੰਤਰਾਲੇ ਤੋਂ ਸਾਰੇ ਉਹਨਾਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਆਫਿਸ ਹੈ ਉਹਨਾਂ ਵੱਲੋਂ ਜ਼ਰੂਰ ਉਹਨਾਂ ਨੂੰ ਸਾਰੀਆਂ ਜਾਣਕਾਰੀਆਂ ਦਿੱਤੀਆਂ ਗਈਆਂ ਹੋਣਗੀਆਂ ਕਿ ਸੰਵਿਧਾਨ ਦੇ ਕਾਨੂੰਨ ਦੇ ਦਾਇਰੇ 'ਚ ਹੀ ਇਹ ਬਿਆਨ ਹੈ ਜਿਹੜਾ ਇਹ ਦਿੱਤਾ ਜਾਏਗਾ। ਸੋ ਇਸ ਕਰਕੇ ਸੰਵਿਧਾਨ ਕਾਨੂੰਨ ਦੇ ਦਾਇਰੇ 'ਚ ਵਿਚਾਰ ਜ਼ਰੂਰ ਹੋਣਾ ਚਾਹੀਦਾ ਹੈ। ਰਿਹਾਈ ਹੋਣੀ ਹੈ ਜਾਂ ਨਹੀਂ ਹੋਣੀ ਹੈ ਤਾਂ ਅਦਾਲਤਾਂ ਨੇ ਤੈਅ ਕਰਨਾ ਹੈ। ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੇ ਕਹਿਣ ਦੇ ਨਾਲ ਨਾ ਤਾਂ ਰਿਹਾਈ ਹੋਣੀ ਹੈ ਨਾ ਰਿਹਾਈ ਟਲਣੀ ਹੈ, ਰਿਹਾਈ ਕਾਨੂੰਨ ਦੇ ਨਾਲ ਹੀ ਹੋਣੀ ਹੈ। ਸੋ ਡੈਮੋਕ੍ਰੇਸੀ ਹੈ, ਅਗਰ ਉਹ ਅਸਹਿਮਤ ਨੇ ਇਸ ਮੰਗ ਨਾਲ ਰਿਹਾਈ ਦੀ, ਤੇ ਬਹੁਤ ਸਾਰੇ ਲੋਕ ਸਹਿਮਤ ਵੀ ਨੇ, ਇਸ ਕਰਕੇ ਉਹ ਆਪਣੀ ਮੰਗ ਹੈ ਜਿਹੜੀ ਅੱਗੇ ਵਧਾ ਰਹੇ ਨੇ। ਮੈਨੂੰ ਲੱਗਦਾ ਸਰਕਾਰਾਂ ਨੂੰ ਸਾਰੀਆਂ ਧਿਰਾਂ ਦਾ ਪੱਖ ਸੁਣਨਾ ਚਾਹੀਦਾ ਹੈ ਔਰ ਸੁਪਰੀਮ ਕੋਰਟ ਨੂੰ ਇੱਕ ਕੌਨਸਟੀਟਿਊਸ਼ਨਲ ਬੈਂਚ ਬਣਾ ਕੇ ਇਸ ਤਰ੍ਹਾਂ ਦੇ ਤਮਾਮ ਮਾਮਲਿਆਂ ਤੇ ਡਿਸੀਜਨ ਦੇਣਾ ਚਾਹੀਦਾ ਹੈ ਕਿ ਅਗਰ ਪੈਰੋਲ ਦੀ, ਅਗਰ ਦੇਖੋ ਗੁਰਮੀਤ ਰਾਮ ਰਹੀਮ ਹੈ, ਉਹ ਵੀ ਉਮਰ ਕੈਦ ਦੀ ਸਜ਼ਾ ਕੱਟ ਰਹੇ ਨੇ, ਅਗਰ ਉਹਨਾਂ ਨੂੰ ਪੈਰੋਲ ਹੈ ਤੇ ਫਿਰ ਉਮਰ ਕੈਦ ਵਾਲੇ ਜਾਂ ਦੂਸਰੇ ਜਿਨ੍ਹਾਂ ਦੀਆਂ ਫਾਂਸੀਆਂ ਐਗਜ਼ੀਕਿਊਟ ਨਹੀਂ ਹੋਈਆਂ, ਫਿਰ ਉਹਨਾਂ ਨੂੰ ਪੈਰੋਲ ਕਿਉਂ ਨਹੀਂ? ਇਸ ਕਰਕੇ ਜਿਹੜਾ ਕਾਨੂੰਨ ਹੈ ਉਹ ਕਿਸੇ ਇੱਕ ਵਿਅਕਤੀ ਲਈ ਵੱਖਰਾ ਨਹੀਂ ਹੋ ਸਕਦਾ, ਉਹ ਸਾਰਿਆਂ ਨੂੰ ਕਾਨੂੰਨ ਦੇ ਦਾਇਰੇ 'ਚ ਇੱਕ ਸੰਤੁਲਨ ਦੇ ਵਿੱਚ ਹੀ ਸਰਕਾਰਾਂ ਨੂੰ ਫੈਸਲੇ ਲੈਣੇ ਪੈਣੇ ਨੇ। ਉਂਝ ਰਵਨੀਤ ਬਿੱਟੂ ਉਹਨਾਂ ਨੇ ਕੱਲ੍ਹ ਪਾਰਲੀਮੈਂਟ ਦੇ ਵਿੱਚ ਗੁਰਮੀਤ ਰਾਮ ਰਹੀਮ ਉਹਨਾਂ ਦੇ ਪੈਰੋਲ ਦਾ ਵੀ ਵਿਰੋਧ ਕੀਤਾ ਹੈ। ਪਾਰਲੀਮੈਂਟ ਦੇ ਵਿੱਚ ਆਪਣੇ ਸੰਬੋਧਨ ਦੌਰਾਨ ਰਵਨੀਤ ਬਿੱਟੂ ਨੇ ਵਿਰੋਧ ਕੀਤਾ ਗੁਰਮੀਤ ਰਾਮ ਰਹੀਮ ਦੇ ਪੈਰੋਲ ਦਾ। ਔਰ ਜਦੋਂ ਜਿਹੜੇ ਡੇਰਾ ਪ੍ਰੇਮੀ ਨੇ, ਜਿਹੜੇ ਗੁਰਮੀਤ ਰਾਮ ਰਹੀਮ ਦੇ ਨਾਲ ਜੁੜੇ ਹੋਏ ਲੋਕ ਨੇ, ਉਹ ਵੈਲਕਮ ਕਰਦੇ ਨੇ ਪੈਰੋਲ ਦਾ। ਔਰ ਅਗਰ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲ ਰਿਹਾ, ਉਹ ਵੀ ਕਾਨੂੰਨ ਦੇ ਦਾਇਰੇ 'ਚ ਹੀ ਮਿਲ ਰਿਹਾ ਹੋਣਾ। ਅਗਰ ਗੁਰਮੀਤ ਰਾਮ ਰਹੀਮ ਨੂੰ ਕਾਨੂੰਨ ਦੇ ਦਾਇਰੇ 'ਚ ਪੈਰੋਲ ਮਿਲ ਸਕਦਾ ਹੈ ਤੇ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਮਿਲ ਰਿਹਾ? ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਸੁਪਰੀਮ ਕੋਰਟ ਨੂੰ ਹੀ ਡਿਫਾਈਨ, ਨਿਰਧਾਰਿਤ, ਐਕਸਪਲੇਨ ਦੱਸ ਦੇਣੀਆਂ ਚਾਹੀਦੀਆਂ ਸਾਰਿਆਂ। ਉਧਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਹਰਮੀਤ ਸਿੰਘ ਕਾਦੀਆਂ ਉਹਨਾਂ ਵੱਲੋਂ ਵੀ ਸਮਰਥਨ ਕੀਤਾ ਗਿਆ ਕੌਮੀ ਇਨਸਾਫ ਮੋਰਚੇ ਦਾ। ਉਹਨਾਂ ਦੀ ਗੱਲ ਵੀ ਸੁਣ ਲਈ। ਤੇ ਜਿਹੜੇ ਪਰਚੇ ਦਰਜ ਹੋਏ ਨੇ ਕੱਲ, ਉਹ ਬੰਦਿਆਂ ਦੇ ਵੀ ਕਰੇ ਨੇ। ਜਿਵੇਂ ਅਮਰ ਸਿੰਘ ਚਹਿਲ ਉੱਥੇ ਹਾਜ਼ਰ ਨਹੀਂ ਸੀ, ਬਹੁਤ ਸਾਰੇ ਬੰਦਿਆਂ ਦੇ ਪਰਚੇ ਦਰਜ ਕਰ ਲਏ। ਇਹ ਕਹਿ ਦਿੱਤਾ ਕਿ 7 ਖਾਲਸਾਨੀ ਜਥੇਬੰਦੀਆਂ ਸੀ ਜੋ ਮਾਰਚ ਕਰ ਰਹੀਆਂ ਸੀ, ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਦੇਖੋ, ਪਹਿਲੀ ਗੱਲ ਤਾਂ ਜਿਹੜਾ ਉਹ ਪਤਾਰਾ ਪੁਲਿਸ ਨੇ ਕੀਤਾ ਉਹੀ ਮਾੜਾ ਸੀ, ਲਾਠੀ ਚਾਰਜ ਕਰਨੇ ਜਾਂ ਪਾਣੀ, ਕਿਉਂਕਿ ਇਹ ਸ਼ਾਂਤਮਈ ਪਹਿਲਾਂ ਬੈਠੇ ਆ ਜਾਂ ਪਹਿਲਾਂ ਜਥੇ ਚੱਲਦੇ ਸੀਗੇ ਤਾਂ ਉੱਤੇ ਕੀ ਸ਼ਰਾਰਤ ਹੋਈ ਆ ਉਹਦਾ ਪਤਾ ਕਰਨਾ ਚਾਹੀਦਾ। ਕਿਉਂਕਿ ਅਸੀਂ 2 ਦਿਨ ਪਹਿਲਾ ਦਿਨ ਆਪਣਾ ਜਥੇਬੰਦੀ ਨੂੰ ਮਿਲਿਆ ਸੀ, 31 ਬੰਦੇ ਭੇਜੇ ਸੀਗੇ ਰੇਸ਼ਮ ਸਿੰਘ ਦੀ ਅਗਵਾਈ ਦੇ ਵਿੱਚ, ਉਹ ਗਏ ਨੇ, ਦੂਜੇ ਦਿਨ ਵੀ ਗਏ ਆ, ਤੀਜੇ ਦਿਨ ਇਹੋ ਜਿਹੀ ਕਿਹੜੀ ਗੱਲ ਹੋ ਗਈ ਜਿਹੜੀ ਉਹਨਾਂ ਨੂੰ ਲੱਗੀ? ਕਿਉਂਕਿ ਕਿਤੇ ਨਾ ਕਿਤੇ ਸਰਕਾਰ ਨੂੰ ਉਹ ਸੱਟ ਲੱਗ ਰਹੀ ਸੀ ਸਾਡੀ ਸ਼ਾਂਤਮਈ ਮੂਵਮੈਂਟ ਦੀ, ਉਹਨੂੰ ਖਰਾਬ ਕਰਨ ਲਈ, ਇਸ ਮੋਰਚੇ ਨੂੰ ਡਿਸਟਰਬ ਕਰਨ ਲਈ, ਲੋਕਾਂ ਨੂੰ ਵਹਿਮ ਪਾਉਣ ਲਈ ਇਹ ਸਾਰਾ ਕੁਝ ਕੀਤਾ ਗਿਆ ਸਰਕਾਰ ਵੱਲੋਂ। ਜਿਹੜੇ ਪਰਚੇ ਦਰਜ ਕੀਤੇ ਆ ਉਹ ਵੀ ਗਲਤ ਨੇ, ਜਿੱਥੇ ਕਿ ਮੌਕੇ ਦਾ ਸੀਐਮ ਉਹਦੇ ਸਾਹਮਣੇ ਸਿਰਫ ਅਰਦਾਸ ਤੇ ਪਾਠ ਕਰਨ ਵਾਸਤੇ ਜਿਹੜੀ ਸੰਗਤ ਜਾ ਰਹੀ ਆ ਉਹ ਨਹੀਂ ਰੋਕਿਆ ਜਾ ਰਿਹਾ। ਕੋਈ ਉਹ ਮਿੱਥ ਕੇ 31 ਬੰਦੇ ਜਾ ਰਹੇ ਨੇ, ਇੱਕ ਕਹਿ ਲਓ ਵੀ ਨੁਮਾਇੰਦਗੀ ਤੌਰ ਤੇ ਉਹ ਬੰਦੇ ਭੇਜ ਰਹੇ ਆ, ਉੱਥੇ ਅਰਦਾਸ ਕੀਤੀ ਜਾ ਰਹੀ ਆ ਉਹਨਾਂ ਸਾਹਮਣੇ। ਤਾਂ ਉਹਨਾਂ ਦੇ ਇੱਕ ਮੂੰਹ ਦੇ ਚਪੇੜ ਸੀ ਇਹ ਵੀ ਉਹ ਇਸ ਸੰਗਤ ਨੂੰ ਰਿਸੀਵ ਵੀ ਨਹੀਂ ਕਰ ਸਕੇ, ਉਹਨਾਂ ਨੂੰ ਮਿਲਣ ਦੀ ਤਾਂ ਗੱਲ ਦੂਰ ਦੀ ਗੱਲ ਹੈ।
ਇੱਥੋਂ ਹੀ ਉਹਨਾਂ ਦੇ ਲਾਠੀਚਾਰਜ ਕੀਤੇ ਗਏ। ਇਹ ਬਹੁਤ ਮੰਦਭਾਗਾ। ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹੋ ਜਿਹਾ ਪ੍ਰੋਗਰਾਮ ਦੇ ਉਲਟ ਜੇ ਚੱਲਦੇ ਆ ਤਾਂ ਇਹ ਉੱਦਾਂ ਦੀ ਗੱਲ ਹੀ ਮੰਨੀ ਜਾਊ ਜਿਵੇਂ ਕਿ ਸੈਂਟਰ ਸਰਕਾਰ ਨੇ ਕਿਸਾਨ ਅੰਦੋਲਨ 'ਚ ਕੀਤਾ ਸੀ। ਇੱਦਾਂ ਹੀ ਸਾਡੀ ਕੌਮ ਦੀ ਆਵਾਜ਼ ਜਿਹੜੀ ਸ਼ਾਂਤਮਈ ਤਰੀਕੇ ਨਾਲ ਉੱਠ ਰਹੀ ਸੀਗੀ, ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਕੇ ਉਹਨੂੰ ਜਾਣ ਕੇ ਕਤਲ ਪਿੱਤਲ ਕਰਨ ਦੀ ਕੋਸ਼ਿਸ਼ ਕੀਤੀ ਆ। ਤਾਂ ਹੀ ਅਸੀਂ ਅੱਜ 10 ਤਰੀਕ ਦਾ ਪ੍ਰੋਗਰਾਮ ਰੱਖਿਆ ਵੀ ਵੱਡੀ ਗਿਣਤੀ 'ਤੇ ਹਾਜ਼ਰ ਹੋ ਕੇ ਇਸ ਨੂੰ ਮੋਰਚੇ ਨੂੰ ਤਗੜਾ ਕਰਨ ਦੀ ਕੋਸ਼ਿਸ਼ ਕਰੀਏ। ਇਸ ਮੂਵਮੈਂਟ 'ਚ ਇੱਕ ਗੱਲ ਉੱਭਰੀ ਹੈ ਕਿ ਕਾਨੂੰਨ ਦਾ ਦੂਰਾ ਮਾਪਦੰਡ ਹੈ। ਇੱਕ ਪਾਸੇ ਸਰਸਾ ਮੁਖੀ ਨੂੰ ਬਾਰ-ਬਾਰ ਪੈਰੋਲ ਦਿੱਤੀ ਜਾ ਰਹੀ ਆ, ਦੂਜੇ ਪਾਸੇ ਬੰਦੀ ਸਿੰਘਾਂ ਨੂੰ ਨਾ ਪੈਰੋਲ ਦਿੱਤੀ ਜਾ ਰਹੀ ਆ, ਨਾ ਸਹੀ ਤਰੀਕੇ ਨਾਲ ਕੇਸ ਚਲਾਏ ਜਾ ਰਹੇ ਨੇ। ਤੁਸੀਂ ਵੀ ਯੂਨੀਅਨ ਵੱਲੋਂ ਇਹ ਮਹਿਸੂਸ ਕਰਨੇ ਕਿ ਬਾਕੀ ਧੱਕਾ ਹੋ ਰਿਹਾ। ਦੇਖੋ, ਲੰਬੇ ਤੌਰ ਤੇ ਜੇ ਆਪਾਂ 90 ਦਾ ਦਹਾਕਾ ਵੀ ਦੇਖੀਏ, 84 ਤੋਂ ਬਾਅਦ ਇਹ ਫਰਕ ਸਾਡੇ 'ਚ ਰੱਖਿਆ ਗਿਆ। ਸਾਡੇ ਤੇ ਕੇਸ ਪਾਉਣ ਲੱਗੇ, ਸਾਡੀਆਂ ਜ਼ਮਾਨਤਾਂ ਕਰਨ ਲੱਗੇ, ਸਾਡੇ ਗੁਨਾਹ ਬਿਨਾਂ ਦੇਖੇ ਬਦੋਸ਼ੇ ਸਿੰਘ ਕਿੰਨੇ ਮਾਰੇ ਉਹ ਤੁਹਾਡੇ ਸਾਹਮਣੇ। ਉਹਨਾਂ ਦੀ ਅੱਜ ਤੱਕ ਗਿਣਤੀ ਨਹੀਂ ਕੋਈ ਕਰ ਸਕਦਾ। ਜਿਹੜੇ ਇਨਸਾਨ ਨੂੰ ਕਰਨ ਲੱਗੇ ਸੀ ਉਹਨਾਂ ਨੂੰ ਵੀ ਸ਼ਹੀਦ ਕਰ। ਇਹ ਦੋ ਰੁਖ ਅਪਣਾਏ ਹੋਏ ਨੇ। ਆਪਾਂ ਸਮਝਣ ਦੀ ਦੇਰੀ ਕੀਤੀ ਆ। ਮੌਕੇ ਦੇ ਵਿੱਚ ਆਪਣੀ ਪੰਥ ਦੀ ਸਰਕਾਰ ਵੀ ਰਹੀ ਆ, ਉਹ ਵੀ ਇਸ ਕੰਮ 'ਚ ਫੇਲ ਹੋਈ ਆ, ਤਾਂ ਆਪਾਂ ਨੂੰ ਇਸ ਤੱਕ ਪਹੁੰਚਣਾ ਪਿਆ। ਮੈਂ ਤੁਹਾਡੇ ਦੌਰਾਨ ਇਹ ਅਪੀਲ ਕਰਨਾ ਚਾਹੁੰਦਾ ਵੀ ਅਸੀਂ ਗੁਰਸਿੱਖ ਨਹੀਂ ਪੂਰੇ ਹੈ, ਪਰ ਅਸੀਂ ਇਹ ਮੰਨਦੇ ਹਾਂ ਵੀ ਅਸੀਂ ਇਹ ਧਰਮ ਨੂੰ ਮੰਨਦੇ ਹਾਂ, ਅਸੀਂ ਉਹਨਾਂ ਦੇ ਕਾਰਜ ਨੂੰ ਮੰਨਦੇ ਹਾਂ। ਬੰਦੀ ਸਿੰਘਾਂ ਨੂੰ ਜੇ ਸਾਡੇ ਵਾਸਤੇ ਕੀਤਾ, ਇੱਥੇ ਰਹਿਣ ਵਾਸਤੇ ਕੀਤਾ ਸੀ, ਤੇ ਅੱਜ ਕੌਮ ਇਕੱਠੀ ਹੋ ਕੇ ਉਹਨੂੰ ਛਡਾ ਵੀ ਨਹੀਂ ਸਕਦੀ, ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਵੀ ਨਹੀਂ ਛਡਾ ਸਕਦੀ। ਫਿਰ ਇਹ ਦੋ ਮਾਪਦੰਡ ਜਿਹੜਾ ਤੁਸੀਂ ਕੁਐਸਚਨ ਕੀਤਾ ਸੀ ਉਹ ਦਿਖਦਾ ਹੀ ਪਿਆ, ਉਹ ਨੰਗਾ ਕਰਨਾ, ਦੁਨੀਆ ਸਾਹਮਣੇ ਨੰਗਾ ਕਰਨਾ। ਸੋ ਡੱਲਾ ਜੀ, ਪ੍ਰੋਗਰਾਮ ਦੇ ਅਖੀਰ ਵਿੱਚ ਜੇਕਰ ਕੋਈ ਵੱਡੀ ਖਬਰ, ਕੋਈ ਖਾਸ ਖਬਰ ਹੋਰ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਮੈਂ ਜ਼ਰੂਰ ਚਾਹਾਂਗੀ ਉਸ ਖਾਸ ਖਬਰ ਦੀ ਪੂਰੀ ਜਾਣਕਾਰੀ ਵੀ ਤੁਸੀਂ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਿਓ। ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਇੱਕ ਵਾਰੀ ਫੇਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਉਹਨਾਂ ਨੂੰ 13-14 ਦਿਨਾਂ ਲਈ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਿਆ ਗਿਆ। ਵਿਜੀਲੈਂਸ ਬਿਊਰੋ ਨੇ ਉਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਸੀ। ਉਹਨਾਂ ਦਾ 4 ਦਿਨ ਦਾ ਪੁਲਿਸ ਰਿਮਾਂਡ ਹੋਰ, ਵਿਜੀਲੈਂਸ ਰਿਮਾਂਡ ਹੋਰ ਮੰਗਿਆ ਗਿਆ ਸੀ, ਪਰ ਉਹਨਾਂ ਨੂੰ ਜੇਲ੍ਹ 'ਚ ਭੇਜ ਦਿੱਤਾ ਗਿਆ। ਸਾਧੂ ਸਿੰਘ ਧਰਮਸੋਤ ਉਹਨਾਂ ਦੇ ਪੱਖ ਦੇ ਜਿਹੜੇ ਵਕੀਲ ਨੇ, ਉਹਨਾਂ ਤੋਂ ਹੋਰ ਜਾਣਕਾਰੀ ਲੈ ਰਹੇ ਹਾਂ ਕਿ ਉਹ ਕੀ ਕਹਿ ਰਹੇ ਨੇ ਪੂਰੇ ਮਾਮਲੇ 'ਤੇ। ਅੱਜ ਵਿਜੀਲੈਂਸ ਵੱਲੋਂ 4 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀ ਜੀ, ਪਰ ਆਨਰੇਬਲ ਕੋਰਟ ਨੇ ਉਹਨਾਂ ਦੀ ਰਿਮਾਂਡ ਰਿਕੁਐਸਟ ਦੇਖ ਕੇ ਉਹ ਜੁਡੀਸ਼ੀਅਲ ਰਿਮਾਂਡ ਫਰਮਾ ਦਿੱਤਾ। 24/2/2023 ਨੂੰ ਇਹਨਾਂ ਨੂੰ ਸਪੈਸ਼ਲ ਕੋਰਟ ਅੱਗੇ ਪੇਸ਼ ਕੀਤਾ ਜਾਏਗਾ ਤੇ ਨਾਭਾ ਜੇਲ੍ਹ ਇਹਨਾਂ ਨੂੰ ਭੇਜ ਦਿੱਤਾ ਗਿਆ। ਬਿਜਲੀ ਨੂੰ ਵੱਡੀ ਜਾਇਦਾਦ ਦੀ ਗੱਲ ਕੀਤੀ ਗਈ ਹੈ ਕਿ ਖੇਤੀਬਾੜੀ ਵਾਲੀ ਜ਼ਮੀਨ ਵੀ ਜਿਹੜੀ 157 ਕਿੱਲੇ ਜਿਹੜੇ ਨਾਮ ਆ ਸਾਹਮਣੇ ਆਏ ਨੇ, ਇਹਨਾਂ ਦੇ ਰਿਸ਼ਤੇਦਾਰਾਂ ਦੇ ਹੋਰਾਂ ਦੇ ਨਾਮ ਸਾਹਮਣੇ ਆਏ ਨੇ। ਕੁਝ ਰਿਮਾਂਡ ਪੇਪਰ 'ਚ ਐਵੇਂ ਦੀ ਗੱਲ ਨਹੀਂ ਆਈ ਜੀ। ਰਿਮਾਂਡ ਪੇਪਰ ਦੇ ਵਿੱਚ ਜਿਹੜੀ ਪੁਰਾਣੀ ਰਿਕੁਐਸਟ ਸੀ ਉਹੀ ਕੰਟੀਨਿਊ ਕੀਤੀ ਗਈ ਸੀ। ਰਿਮਾਂਡ ਪੇਪਰ 'ਚ ਕੋਈ ਐਵੇਂ ਦੀ ਰਿਕੁਐਸਟ ਨਹੀਂ ਆਈ ਜੀ। ਤੁਹਾਨੂੰ ਕੀ ਲੱਗਦਾ ਫਿਰ ਅੱਜ ਰਿਮਾਂਡ ਇਸ ਕਰਕੇ ਨਹੀਂ ਮਿਲਿਆ ਕਿਉਂਕਿ 3 ਦਿਨ ਦਾ ਰਿਮਾਂਡ ਦੇ ਵਿੱਚ ਕੁਝ ਜਿਹੜਾ ਵਿਜੀਲੈਂਸ ਵੱਲੋਂ ਪੇਸ਼ ਕੀਤਾ ਗਿਆ ਕੁਝ ਤੱਥ? ਵਿਜੀਲੈਂਸ ਨੇ ਜਿਹੜਾ ਹੈ ਜੀ ਆਪਣੀ ਇਨਵੈਸਟੀਗੇਸ਼ਨ ਕਰਕੇ ਜੋ ਨਵੇਂ ਪੱਖ ਰੱਖੇ ਸੀਗੇ ਉਹ ਆਨਰੇਬਲ ਕੋਰਟ ਨੇ ਕੰਸੀਡਰ ਕਰਕੇ ਹੀ ਅੱਗੇ ਜੁਡੀਸ਼ੀਅਲ ਰਿਮਾਂਡ ਭੇਜ ਦਿੱਤਾ ਜੀ। ਸੋ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਜੋ ਹੈ, ਪੂਰੀ ਪੜਤਾਲ ਦੇ ਨਾਲ ਪੂਰੀ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਆਪਣੇ ਕੀਮਤੀ ਸੁਝਾਅ, ਕੀਮਤੀ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਰਹਿੰਦੇ ਨੇ। ਫਿਲਹਾਲ ਦੇ ਲਈ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ, ਬਹੁਤ-ਬਹੁਤ ਧੰਨਵਾਦ ਜੀ।